ਸਾਡਾ ਜਦੋਂ ਅਸੀਂ ਟਿਕਟ ਭਰਤੀ ਕਰਦੇ ਹਾਂ ਤੇ ਕਲਫ ਲੈਂਦੇ ਸਾਂ ਕਿ ਵੀ ਤੈਨੂੰ ਨਾਂ ਰੱਖਣਾ ਤਾਂ ਵੇ ਵਿੱਚ ਕਿ ਜਦੋਂ ਵੀ ਜ਼ਿੰਦਗੀ ਦੇ ਵਿੱਚ ਕਿਸੇ ਦੇ ਘਰ ਜਾਣਾ ਨਾ, ਪਹਿਲੀ ਗੱਲ ਹੈ ਕਿ ਉੱਥੇ ਹੂਰ ਵੀ ਹੋਈ ਤੇ ਆਪਣੇ ਜ਼ਿਹਨ ਨੂੰ ਖਰਾਬ ਨਹੀਂ ਕਰਨਾ, ਕਦੇ ਜ਼ਨਾ ਦਾ ਸੋਚਣਾ ਵੀ ਨਹੀਂ। ਜਿੱਦਣ ਸੋਚੀਏ ਤੇ ਅੱਲਾ ਸਾਨੂੰ ਗਰਕ ਕਰ ਛੜੇ। ਠੀਕ ਹੈ। ਪਹਿਲਾ ਉਹਨਾਂ ਦਾ ਇਹ ਉਹਨਾਂ ਬਣਾਇਆ ਸੀ ਤਰੀਕਾ ਕਰ। ਦੂਸਰਾ ਇਹ ਕਿ ਭਾਵੇਂ ਮਰ ਵੀ ਜਾਈਏ ਕਿਸੇ ਨੂੰ ਗੋਲੀ ਮਾਰ ਕੇ ਨਹੀਂ ਨੱਸਣਾ। ਠੀਕ ਹੈ। ਜਿੰਦਾ ਲੱਗਦਾ ਸੀ ਸ਼ਕਲ ਤੋਂ ਇਧਰ, ਉਹਨੂੰ ਵੇਖ ਕੇ ਦਹਿਸ਼ਤ ਸੀ ਇੰਨੀ ਕੋ ਉਹਦੇ ਚਿਹਰੇ ਤੇ ਕਿ ਤੁਸੀਂ ਡਰ ਲੱਗਦਾ ਸੀ ਕਿ ਇਹ ਡਾਕੂ ਵੱਡਾ ਕਿ ਡਾਕੂ। ਅੱਛਾ। ਆਂਦਾ ਮੈਂ ਲੁੱਟਾਂ ਪਿਆ ਤੇ ਸਾਡੇ ਪਿੰਡ ਦੀ ਜਿਹੜੀ ਨਾ ਸਾਡੀ ਬਰਾਦਰੀ ਦੀ ਮਰਾਸਣ ਉਹਨੇ ਆ ਕੇ ਨਾ, ਉਹ ਵੀ ਉਸ ਗੱਡੀ 'ਚ ਬੈਠੇ, ਉਹਨੂੰ ਮੈਨੂੰ ਪਤਾ ਸੀ ਕਿ ਇਹਦੀ ਬੱਚੀ ਦੀ ਸ਼ਾਦੀ। ਅੱਛਾ। ਆਂਦਾ ਹੁਣ ਮੈਨੂੰ ਪਤਾ ਵੀ ਲੱਭਣਾ ਤੇ ਸੇਨਾ ਨੇ ਜੋ ਲੱਭਣਾ, ਤੇ ਉਹ ਵਿਚਾਰੀ ਕੋਲ ਜਿਹੜਾ 4-5 ਤੋਲੇ ਜ਼ੇਵਰ ਸੀ ਨਾ ਤੇ ਪੈਸੇ ਸਨ, ਉਹ ਮੈਂ ਸਮਝਾ ਕੇ ਇਹਨੂੰ ਵਾਪਸ ਔਖੇ ਸੌਖਿਆ ਕਰ ਦਈਏ ਉਹਨੇ ਜੋ ਮੈਂ ਲੁੱਟ ਲਿਆ ਨਾ ਸਾਰਾ ਕੁਝ, ਤੇ ਮੈਂ ਭੈਣ ਦੀ ਮੁੱਠ 'ਚ ਨਾ ਜਾ ਉਹਨੂੰ ਮੈਂ ਆਖਿਆ ਕਿ ਇਹਨੂੰ ਤੂੰ ਹੁਣ ਰੱਖ ਲੈ ਦਿਲੋਂ ਨਾ। ਉਹਨੇ ਮੇਰੇ ਲੱਖਾਂ ਭਰ ਕੇ ਵੇਖਿਆ, ਉਹਨੇ ਆਖਿਆ ਇਹ ਤੇ ਭਾਨਸੀਰ। ਉਹਨੇ ਜਦੋਂ ਪਿੰਡ ਗਈ ਨਾ, ਫਿਰ ਉਹਨੇ ਮਰਨ ਲੱਗੀ ਹੈ ਮਰਾਸਣਾ ਫੁੰਨਾ, ਉਹਨੇ ਬੈਠੀ ਜਿੱਥੇ ਉਹਨੇ ਆਖਿਆ ਮੇਰਾ ਭਾਨਸੀਰ। ਅੱਛਾ ਠੀਕ। ਅੱਲਾ ਉਹਦਾ ਭਲਾ ਕਰੇ। ਸਾਰੀ ਬੱਸ ਉਹਨਾਂ ਲੁੱਟ ਲਈ ਹੈ, ਮੈਨੂੰ ਨਹੀਂ ਲੁੱਟਿਆ। ਉਹਨੇ ਫਿਰ ਹੋਣ ਲੱਗਿਆ ਸੀ ਫੜੇ ਜਾਣ ਲੱਗੇ। ਇਧਰੋਂ ਬਾਜਵਾ ਸਾਹਿਬ ਫੜ ਕੇ ਨਹੀਂ। ਮੈਂ ਤੁਹਾਨੂੰ ਅੱਜ ਬੜੇ ਇੱਕ ਨਾ ਨਸੀਹਤ ਮੇਦ ਵਾਕਿਆ ਸੁਣਾਉਣਾ ਕਿ ਮੈਂ ਵੀ, ਤੁਹਾਨੂੰ ਪਤਾ ਮੈਨੂੰ ਵੀ ਨੇਕੀ ਦਾ ਸਿਲਾ ਮਿਲਿਆ ਸੀ 10 ਸਾਲ ਕੈਦ। ਮੈਂ ਡਾਕੂ ਫੜਨ ਗਿਆ ਸਾਂ। ਮੈਂ ਜੋ ਜੇਲ੍ਹ 'ਚ ਗਿਆ ਨਾ ਤੇ ਮਤਲਬ ਉੱਥੇ ਮੇਰੀ ਇੱਕ ਪੁਲਿਸ ਗੈਂਗ ਨਾਲ ਨਾ ਵਾਸਤਾ ਪੈ ਗਿਆ। ਪੁਲਿਸ ਗੈਂਗ ਮਤਲਬ ਡਕੈਤਾਂ ਦੀ ਗੈਂਗ ਸੀ, ਉਹਦਾ ਨਾਮ ਪੁਲਿਸ ਗੈਂਗ ਮਸ਼ਹੂਰ ਸੀ। ਅੱਛਾ। ਉਹਦੇ 'ਚ ਜਿਹੜੇ 3-4 ਨਾਮ ਮੋਟੇ ਤੁਹਾਨੂੰ ਦੱਸ ਦੇਣਾ। ਇੱਕ ਮਾਮਾ ਨਸੀਰਾ, ਉਹਦਾ ਕਰੇਸ਼ੀ ਬਰਾਦਰੀ ਨਾਲ ਤਲਕ ਸੀ। ਯੂਸਫ ਬਾਜਵਾ, ਮਤਲਬ ਕੁੱਕ ਅਮਜਦ ਕਰੇਸ਼ੀ, ਮਤਲਬ ਉਹਨਾਂ ਨੇ ਇੱਕ ਪੁਲਿਸ ਗੈਂਗ ਬਣਾਈ ਸੀ। ਉਹਨੇ ਇੱਕ ਆਪਣਾ ਜਿਹੜਾ ਨਾ ਡੀਪੀਓ ਬਣਾਇਆ ਸੀ, ਇੱਕ ਐਸਪੀ ਸੀ। ਮਤਲਬ ਨਾ ਪੂਰਾ ਪੁਲਿਸ ਜਿਸ ਤਰ੍ਹਾਂ ਡਾਕੂ ਭਰਤੀ ਕਰੀ ਨਾ ਉਹ ਡਾਕੂ ਭਰਤੀ ਕਰਦੇ। ਅੱਛਾ, ਬਕਾਇਦਾ ਉਸ ਗੈਂਗ ਦੇ ਵਿੱਚ ਡਾਕੂ ਭਰਤੀ ਹੁੰਦੇ ਹਨ, ਉਹਦੇ ਕੋਲ ਐਸਓਪੀ ਸਨ। ਉਹਨਾਂ ਨੇ ਨਾ ਬੜੇ, ਉਹਨਾਂ ਮੇਰੇ ਨਾਲ ਤਕਰੀਬਨ 5 ਸਾਲ ਉਹਨਾਂ ਦਾ ਵਕਤ ਗੁਜ਼ਰਿਆ ਮੁਖਤਲਿਫ ਜੇਲ੍ਹਾਂ 'ਚ, ਕਦੇ ਇੱਥੇ ਤੇ ਕਦੇ ਉੱਥੇ। ਮੈਂ ਸਿਆਲਕੋਟ ਵੀ ਗੁਜਰਾਂ ਵੀ ਉਹਨਾਂ ਨਾਲ ਮੁਲਾਕਾਤ ਹੁੰਦੀ ਰਹੀ। ਉਹਨਾਂ ਗੱਲ ਸੁਣਾਈ, ਉਹਨੇ ਆਖਿਆ ਸਾਡਾ ਜਦੋਂ ਅਸੀਂ ਟਿਕਟ ਭਰਤੀ ਕਰਦੇ ਹਾਂ ਤੇ ਕਲਫ ਲੈਂਦੇ ਸਾਂ ਕਿ ਵੀ ਤੈਨੂੰ ਨਾਂ ਰੱਖਣਾ ਤਾਂ ਵੇ ਵਿੱਚ ਕਿ ਜਦੋਂ ਵੀ ਜ਼ਿੰਦਗੀ ਦੇ ਵਿੱਚ ਕਿਸੇ ਦੇ ਘਰ ਜਾਣਾ ਨਾ, ਪਹਿਲੀ ਗੱਲ ਹੈ ਕਿ ਉੱਥੇ ਹੂਰ ਵੀ ਹੋਈ ਤੇ ਆਪਣੇ ਜ਼ਿਹਨ ਨੂੰ ਖਰਾਬ ਨਹੀਂ ਕਰਨਾ, ਕਦੇ ਜ਼ਨਾ ਦਾ ਸੋਚਣਾ ਵੀ ਨਹੀਂ। ਜਿੱਦਣ ਸੋਚੀਏ ਤੇ ਅੱਲਾ ਸਾਨੂੰ ਗਰਕ ਕਰ ਛੜੇ। ਠੀਕ ਹੈ। ਪਹਿਲਾ ਉਹਨਾਂ ਦਾ ਇਹ ਉਹਨਾਂ ਬਣਾਇਆ ਸੀ ਤਰੀਕਾ ਕਰ। ਦੂਸਰਾ ਇਹ ਕਿ ਭਾਵੇਂ ਮਰ ਵੀ ਜਾਈਏ ਕਿਸੇ ਨੂੰ ਗੋਲੀ ਮਾਰ ਕੇ ਨਹੀਂ ਨੱਸਣਾ। ਠੀਕ ਹੈ। ਮਤਲਬ ਇਹ ਉਹਨਾਂ ਦੇ ਦੋ ਹਲਫ ਦੇ ਮੇਨ ਇਮਾਈ ਸਨ। ਅੱਛੇ ਡਾਕੂ ਸਨ। ਮਤਲਬ ਉਹਨਾਂ ਦੀ ਗੈਂਗ ਬੜੀ ਮਤਲਬ ਮੁਤਹਰਕ ਗੈਂਗ ਨੇ। ਪੁਲਿਸ ਨੂੰ ਬੜਾ ਵਾਤ ਬਣਾ ਛੜਿਆ ਪੂਰੇ ਜ਼ਿਲ੍ਹੇ 'ਚ। ਇਹ 2005-6 ਦਾ ਵਾਕਿਆ। 4 ਤੱਕ ਨਾ ਸ਼ਮਸ਼ਾਦ ਸ਼ਾਹ ਐਸਾ ਹੀ ਹੁੰਦਾ ਸੀ, ਸਬ ਇੰਸਪੈਕਟਰ ਸੀ। ਤੁਸੀਂ ਕਿਤੇ ਪੁਲਿਸ ਵਾਲੇ ਨੂੰ ਪੁੱਛੋਗੇ ਤੁਹਾਨੂੰ ਦੱਸ ਦੇਗਾ। ਉਹ ਪੁਲਿਸ ਦੀਆਂ ਵਰਦੀਆਂ ਪਾਉਂਦੇ ਸਨ। ਜਾ ਕੇ ਉਹਨਾਂ ਦਰਵਾਜ਼ਾ ਖੜਕਾਣਾ, ਜਿਹੜੇ ਥਾਣੇ 'ਚ ਮੁਤਲਕਾ ਸ਼ਮਸ਼ਾਦ ਸ਼ਾਹ ਲੱਗਾ ਹੁੰਦਾ ਸੀ, ਉਹਨਾਂ ਨਾਲ ਸ਼ਮਸ਼ਾਦ ਸ਼ਾਹ ਨੇ ਕੋਈ ਉਹਨਾਂ ਦੀ ਫੈਮਿਲੀ ਨਾਲ ਜ਼ਿਆਦਤੀ ਕੀਤੀ ਸੀ। ਉਹਨਾਂ ਸਮਝਿਆ ਇਹਨੂੰ ਆਹ ਬਦਨਾਮ ਕਰਨਾ। ਠੀਕ ਹੈ। ਉਹਨਾਂ ਜਾ ਕੇ ਦਰਵਾਜ਼ਾ ਖੜਕਾਣਾ, ਕੋਠੀ ਚੰਗੀ ਦਾ ਬੂਹਾ ਖੜਕਾਣਾ। ਉਹਨਾਂ ਜਾ ਕੇ ਆਖਣਾ ਜਨਾਬ ਸ਼ਮਸ਼ਾਦ ਸ਼ਾਹ ਆਇਆ, ਬੂਹਾ ਖੋਲੋ। ਉਹਨਾਂ ਸ਼ਾਹ ਹੀ ਸਮਝ ਕੇ ਬੂਹਾ ਖੋਲ ਛੱਡਣਾ। ਉਹਨਾਂ ਜਾਂਦੇ ਆਖਣਾ ਜੀ ਤੁਹਾਡੇ ਕੋਲ ਨਜਾਇਜ਼ ਅਸਲਾ ਪਹਿਲਾਂ ਜੋ ਅਸਲਾ ਹੋਣਾ ਘਰੋਂ ਇਕੱਠਾ ਕਰਨਾ, ਫਿਰ ਉਹਨਾਂ ਆਖਿਆ ਹੁਣ ਜੋ ਕੁਝ ਹੈ ਕੱਢ ਦੇ ਦਿਓ। ਤੇ ਪੁਲਿਸ ਦੀਆਂ ਵਰਦੀਆਂ ਸੱਚੋ ਬਕਾਇਦਾ ਨਾਲ ਹੋਣਾ, ਸਬ ਇੰਸਪੈਕਟਰ ਹੈ, ਮੁੰਸ਼ੀ, ਸਪਾਈ, ਸਾਰਾ ਕੋਈ ਨਾਲ ਹੋਣਾ, ਪੂਰੀ ਗੈਂਗ ਜੀ। 3 ਗੱਡੀਆਂ ਤੋਂ ਨਾ ਜਾਣਾ। ਅੱਛਾ। ਉਹ ਜਦੋਂ ਮੈਂ ਇੱਕ ਘਰ ਲੁੱਟਣਾ ਤੇ ਫਿਰ ਉਹਨਾਂ ਨੂੰ ਪੁੱਛਣਾ ਕਿ ਦੱਸੋ ਹੁਣ ਹੋਰ ਕਿਤੇ ਘਰ ਨਜਾਇਜ਼ ਅਸਲਾ। ਜਿਹੜੇ ਕਈ ਲੋਕ ਅੱਗੋਂ ਵੀ ਸ਼ਰੀਕਾਂ ਨੂੰ ਲੁੱਟਵਾ ਛੱਡਦੇ ਨੇ, ਉਹਨਾਂ ਬੜੀ ਮਨ ਨਹੀਂ ਕਰਾਨੀ ਗੱਲ ਤੁਹਾਨੂੰ ਦੱਸਣੇ। ਉਹਨਾਂ ਮਾਮਾ ਨਸੀਰਾ ਬੜਾ ਸ਼ੁਗਲੀ ਬੰਦਾ ਸੀ, ਮਰਾਸੀ ਸੀ ਤੇ ਬੜਾ ਸ਼ੁਗਲੀ ਬੰਦਾ ਹੈ। ਅੱਛਾ। ਆਂਦਾ ਅਕਸਰੀਅਤ ਨਾਲ ਨਾ ਸਾਨੂੰ ਕਈਆਂ ਚੋਰੀਆਂ ਆਖਣਾ, ਫਿਰ ਉਹਦੇ ਹੱਲ ਵੀ ਜ਼ਰਾ ਵੜ ਜਾਵੋ, ਉਹਦੇ ਨਾਲ ਵੀ ਬੜਾ ਨਜਾਇਜ਼ ਅਸਲਾ ਜੇ। ਅਸੀਂ ਤਾਂ ਅੱਗੇ ਲੁੱਟ ਕੱਤੇ ਆ, ਕੱਲੇ ਬਿਜ਼ਤ ਰਹਾਵਾਂਗੇ, ਚੋਰੀ ਸਾਹਿਬ ਨੂੰ ਵੀ ਜ਼ਰਾ ਲੁੱਟ। ਉਹਨਾਂ ਆਖਿਆ ਸਾਨੂੰ 5-7 ਘਰ ਨਾ ਜਿਹੜੇ ਪਿੰਡ ਵੜਨਾ, 5-7 ਘਰ ਤਸੱਲਾ ਨਾਲ ਲੁੱਟਣੇ। ਮਤਲਬ ਜਿਹੜਾ ਅਸੀਂ ਲੁੱਟਣਾ ਨਾ, ਉੱਥੇ ਇੱਕ ਬੰਦਾ ਬਿਠਾ ਦੇਣਾ ਤਾਂ ਕਿ ਕੋਈ ਫੋਨ ਸ਼ੋਨ ਨਾ ਕਰ। ਉਹਦੇ ਫੋਨ ਦਾ ਤੁਹਾਨੂੰ ਪਤਾ ਨਵਾਂ ਚੱਲਿਆ। ਉਹਨੇ ਆਖਿਆ ਗੱਲ ਆ ਕਿ ਅਸੀਂ ਕੋਸ਼ਿਸ਼ ਕਰਨੀ 5-7 ਘਰ ਇੱਕ ਪਿੰਡ ਦੇ ਨਾ ਮੈਂ ਲੁੱਟਣੇ ਸ਼ੁਰੂ। ਉਹਨੇ ਆਖਿਆ ਫਸੇ ਕਿਸ ਤਰ੍ਹਾਂ ਵਾ। ਉਹਨਾਂ ਆਖਿਆ ਰਹਿਮ ਤੇ ਇਨਸਾਨ ਆ ਸਾਡੇ ਅੰਦਰ, ਅੱਲਾ ਨੇ ਇੱਕ ਰਹਿਮ ਦਾ ਜਰਾਸੀਮ ਰੱਖੇ ਨੇ। ਉਹਨਾਂ ਆਖਿਆ ਇੱਕ ਦਿਨ ਪੇ ਅਸੀਂ ਰੋਡ ਟਿਕੇਟੀ ਕਰੀਏ, ਉਹ ਮਾਮਾ ਨਸੀਰਾ ਜਿਹੜਾ ਮਰਾਸੀ ਸੀ ਉਹ ਆਂਦਾ, ਮਤਲਬ ਉਹਦਾ ਦਰਿੰਦਾ ਲੱਗਦਾ ਸੀ ਸ਼ਕਲ ਤੋਂ। ਉਹਨੂੰ ਵੇਖ ਕੇ ਦਹਿਸ਼ਤ ਸੀ ਇੰਨੀ ਕੋ ਉਹਦੇ ਚਿਹਰੇ ਤੇ ਕਿ ਤੁਸੀਂ ਡਰ ਲੱਗਦਾ ਸੀ ਕਿ ਇਹ ਡਾਕੂ ਵੱਡਾ ਕਿ ਡਾਕੂ। ਆਂਦਾ ਮੈਂ ਲੁੱਟਾਂ ਪਿਆ ਤੇ ਸਾਡੇ ਪਿੰਡ ਦੀ ਜਿਹੜੀ ਨਾ ਸਾਡੀ ਬਰਾਦਰੀ ਦੀ ਮਰਾਸਣ, ਉਹਨੇ ਆ ਕੇ ਨਾ, ਉਹ ਵੀ ਉਸ ਗੱਡੀ 'ਚ ਬੈਠੇ। ਉਹਨੂੰ ਮੈਨੂੰ ਪਤਾ ਸੀ ਕਿ ਇਹਦੀ ਬੱਚੀ ਦੀ ਸ਼ਾਦੀ। ਅੱਛਾ। ਆਂਦਾ ਹੁਣ ਮੈਨੂੰ ਪਤਾ ਵੀ ਲੱਭਣਾ ਤੇ ਸੇਨਾ ਨੇ ਜੋ ਲੱਭਣਾ, ਤੇ ਉਹ ਵਿਚਾਰੀ ਕੋਲ ਜਿਹੜਾ 4-5 ਤੋਲੇ ਜ਼ੇਵਰ ਸੀ ਨਾ ਤੇ ਪੈਸੇ ਸਨ, ਉਹ ਮੈਂ ਸਮਝਾ ਕੇ ਇਹਨੂੰ ਵਾਪਸ ਔਖੇ ਸੌਖਿਆ ਕਰ ਦਈਏ। ਉਹਨੇ ਜੋ ਮੈਂ ਲੁੱਟ ਲਿਆ ਨਾ ਸਾਰਾ ਕੁਝ, ਤੇ ਮੈਂ ਭੈਣ ਦੀ ਮੁੱਠ 'ਚ ਨਾ ਜਾ ਉਹਨੂੰ ਮੈਂ ਆਖਿਆ ਕਿ ਇਹਨੂੰ ਤੂੰ ਹੁਣ ਰੱਖ ਲੈ ਦਿਲੋਂ ਨਾ।
ਉਹਨੇ ਮੇਰੇ ਲੱਖਾਂ ਭਰ ਕੇ ਵੇਖਿਆ, ਉਹਨੇ ਆਖਿਆ ਇਹ ਤੇ ਭਾਨਸੀਰ। ਹਾਂ ਉਹਨੇ ਜਦੋਂ ਪਿੰਡ ਗਈ ਨਾ, ਫਿਰ ਉਹਨੇ ਮਾਰਨ ਲੱਗੀ ਹੈ ਵਰਾਸਣਾ ਫੁੰਨਾ, ਉਹਨੇ ਬੈਠੀ ਜਿੱਥੇ, ਉਹਨੇ ਆਖਿਆ ਮੇਰਾ ਭਾਨਸੀਰ। ਅੱਛਾ ਠੀਕ। ਅੱਲਾ ਦਾ ਭਲਾ ਕਰੇ, ਸਾਰੀ ਬੱਸ ਉਹਨਾਂ ਲੁੱਟ ਲਈ ਹੈ, ਮੈਨੂੰ ਨਹੀਂ ਲੁੱਟਿਆ। ਉਹਨੇ ਫਿਰ ਹੋਣ ਲੱਗਿਆ ਸੀ ਫੜੇ ਜਾਣ ਲੱਗੇ। ਇਧਰੋਂ ਬਾਜਵਾ ਸਾਹਿਬ ਫੜਕਤ ਨੇ, ਇਧਰੋਂ ਨਸੀਰਾ ਫੜਕਤ, ਇਧਰੋਂ ਘੁੱਗ ਫੜਕਤ, ਇਧਰੋਂ ਅਮਜਦ ਫੜਕਤ, ਇਧਰੋਂ ਖਾਦੂ ਫਕੀਰ ਫੜਕਤ। ਉਹਨੇ ਆਖਿਆ ਫਿਰ ਹੋਣ ਲੱਗਿਆ 40 ਅਸੀਂ ਬੰਦੇ ਇਕੱਠੇ ਫੜੇ ਗਏ। 40 ਉਹਨਾਂ ਦੀ ਗੈਂਗ ਸੀ। ਅੱਛਾ 40 ਫੜੇ ਗਏ। ਉਹਨੇ ਆਖਿਆ ਜਦੋਂ ਅਸੀਂ ਆਏ ਨਾ ਜੇਲੇ, ਅਸਾਂ ਫਿਰ ਉੱਥੇ ਇੱਕ ਹਲਫ ਦਾ ਪ੍ਰੋਗਰਾਮ ਬਣਾਇਆ। ਅੱਛਾ ਆਹ ਕਿਆ ਗੱਲ ਸੁਣ ਲਓ, ਸਾਡੇ ਜੋ ਘਰਾਂ ਦੇ ਹਾਲਾਤ ਨੇ, ਔਰ ਉਹ ਕਸਮ ਵਾਲੇ ਹਲਫ ਵਾਲੀ ਗੱਲ ਹੈ। ਉਹਨੇ ਹਰਾਨ ਸਾਹਿਬ ਬੜਾ ਇਹ ਖਲਕਤ ਲੁੱਟੀ ਹੈ, ਮੇਰੀ ਬੜੀ ਇੱਜ਼ਤ ਕਰਦੇ ਸਨ, ਮੈਂ ਉਹਨਾਂ ਨੂੰ ਪੜ੍ਹਾਉਂਦਾ ਮਾੜਾ ਮੋਟਾ ਇਤਰਾਮ ਕਰਦੇ ਸਨ। ਉਹਨਾਂ ਆਖਿਆ ਸਾ ਬੜੀ ਖਲਕਤ ਲੁੱਟੀ ਹੈ। ਮੈਂ ਕਿਹਾ ਯਾਰ ਦੱਸੋ ਸਹੀ। ਉਹਨਾਂ ਆਖਿਆ ਬਣਿਆ ਸਾਡੇ ਕੋਲੋਂ ਕੱਖ ਕੰਡਾ ਨਹੀਂ, ਜੋ ਕੁਝ ਅਸੀਂ ਖਾ ਪੀ ਛੜਿਆ, ਦਿਨੇ ਵਾਜੇ ਵਜਾਉਂਦੇ, ਰਾਤ ਨੂੰ ਲੋਕਾਂ ਦੇ ਘਰ ਲੁੱਟਦੇ ਸਨ। ਠੀਕ ਹੈ, ਵਾਜਿਆਂ ਦਾ ਗਰੁੱਪ। ਉਹਨਾਂ ਆਖਿਆ ਹੁਣ ਗੱਲ ਹੈ ਕਿ ਅਸੀਂ ਜ਼ੇਨ ਬਣਾ ਲਿਆ ਕਿ ਘਰੋਂ ਤੇ ਬੀਬੀਆਂ ਤੋਂ ਇਲਾਵਾ ਤਾਂ ਸਾਡੇ ਸ਼ਹਿਰ ਮਗਰ ਆਉਣੀ ਕੋਈ ਨਹੀਂ, ਤੇ ਯਾਰ ਇਸ ਤਰ੍ਹਾਂ ਕਰੀਏ ਕਿ ਇੱਥੇ ਵੀ ਹਲਫ ਲੈ ਲਈਏ ਇੱਕ ਗੱਲ ਦਾ। ਉਹਨਾਂ ਜੀ ਹਾਂਜੀ। ਉਹਨਾਂ ਆਖਿਆ ਗੱਲ ਹੈ ਕਿ ਜੇ ਕੋਈ ਗੱਲ ਕੱਲ ਨੂੰ ਗੱਲ ਹੋ ਜਾਏ, ਜੇਲ੍ਹ ਵਾਲਿਆਂ ਨੂੰ ਵੀ ਬਲੈਕਮੇਲ ਕਰਨਾ ਹੈ ਤੇ ਸਾਰੇ ਸਲੂਕ ਰੱਖੋ ਤੇ ਮਨਸ਼ਿਆਤ ਵਿੱਚ ਇਹ ਕਰੀਏ। ਅੱਛਾ ਤੇ ਹਲਫ ਲੈ ਲਿਆ ਕੇ ਕਿਸੇ ਨੇ ਕਿਸੇ ਦੀ ਗੱਲ ਨਹੀਂ ਕਰਨੀ, ਇੱਕ ਨੂੰ ਵੀ ਕਿਸੇ ਚੰਡ ਮਾਰੀ ਜੇਲ੍ਹ ਵਾਲੇ, ਤੇ 17 ਨੇ ਰੋਟੀ ਪਾਣੀ ਬੰਦ ਕਰ ਦੇਣਾ। ਅੱਛਾ ਆਖਿਆ ਠੀਕ ਹੈ ਬਈ, ਇਹ ਵੀ ਗੱਲ ਠੀਕ ਹੈ। ਉਹਨੇ ਆਖਿਆ ਜੀ ਅਸੀਂ ਸਾਨੂੰ 5 ਸਾਲ ਹੋ ਗਏ ਨੇ, 5 ਸਾਲਾਂ ਬਾਅਦ ਸਾਰੇ ਹੀ ਟੁਰ ਚੱਲੇ ਆ। ਅਸਾਂ ਘਰੋਂ ਮੰਗਵਾ ਕੇ ਖੁਦਾ ਵਾਲੀ ਕੋਈ ਸ਼ੈ ਨਹੀਂ ਕਦੇ ਜ਼ਿੰਦਗੀ। ਜਦੋਂ ਸਾਡੀਆਂ ਜਨਾਨੀਆਂ ਹਫ਼ਤੇ ਬਾਅਦ ਮੁਲਾਕਾਤ ਹੁੰਦੀਆਂ ਨੇ, ਅਸੀਂ ਕਿਸੇ ਨੂੰ 10,000 ਕਦੇ 5,000 ਉਹਨਾਂ ਨੂੰ ਖਰਚਾ ਇੱਥੋਂ ਦੇ ਉਹ ਗੁਜਰ ਸਾਹਿਬ ਖੁਦਾ, ਉਹ ਜੇਲ੍ਹ ਦੇ ਵਿੱਚ ਕਾਰੋਬਾਰ ਕਰਦੇ ਸਨ, ਔਰ ਸਾਰੀ ਜੇਲ੍ਹ ਨੂੰ ਪਤਾ ਸੀ, ਇੰਤਜ਼ਾਮੀਆਂ ਨੂੰ ਪਤਾ ਸੀ ਕਿ ਮਾਮਾ ਨਸੀਰਾ ਇੱਥੇ ਪਾਊਡਰ ਵੇਚਦਾ ਚੱਕਰ 'ਚ ਬਹਿ ਕੇ, ਉੱਥੇ ਚੱਕਰ ਬਣਿਆ ਉਹਦੇ 'ਚ ਬਹਿ ਕੇ ਵੇਚਦਾ। ਲੇਕਿਨ ਪੁਲਿਸ ਵਾਲਿਆਂ ਦੀ ਜ਼ਰੂਰਤ ਸਿਰਫ ਇਸ ਵਾਸਤੇ ਨਹੀਂ, ਉਹ 40 ਦਾ ਸਲੂਕ ਸੀ। ਜੇ ਇੱਕ ਬੰਦੇ ਨਾਲ ਗੱਲ ਹੁੰਦੀ 40 ਲਾ ਮੱਜ ਜਾਂਦੀ, ਫਿਰ ਜੇਲ੍ਹ ਵਾਲਿਆਂ ਆਪਣਾ ਇੰਤਜ਼ਾਮ ਸਿੱਧਾ ਰੱਖਣਾ ਹੁੰਦਾ। ਉਹ ਬਲੈਕਮੇਲ ਹੋ ਕੇ ਉਹਨਾਂ ਕੋਲ ਪਾਊਡਰ ਵਿਕਾ ਕੇ ਜਨਾਬ ਪੁਲਿਸ ਵਾਲੇ ਵੀ ਪੈਸੇ ਪੇ ਲੈਂਦੇ ਹਨ, ਤੇ ਉਹ ਬਾਹਰ ਮਤਲਬ ਜਿਹੜਾ ਨਾ ਆਪਣੀਆਂ ਜਨਾਨੀਆਂ ਨੂੰ ਵੀ ਪੈਸੇ ਪੇ ਦਿੰਦੇ ਹਨ। ਔਰ ਉਹ ਬਾਅਦ ਜਦੋਂ ਨਿਕਲਣ ਲੱਗਿਆ, ਮੈਂ ਕਿਹਾ ਹੁਣ ਕੀ ਪ੍ਰੋਗਰਾਮ ਹੈ? ਉਹਨਾਂ ਕਹਿੰਦੇ ਅਸਾਂ ਜਿਹੜਾ ਹਲਫ ਲਿਆ ਸੀ ਨਾ, ਉਹਦੇ 'ਚ ਇਹ ਗੱਲ ਸੀ ਕਿ ਜਦੋਂ ਪੜ ਕੇ ਤੇ ਉਸ ਤੋਂ ਬਾਅਦ ਖਤਮ ਹੈ। ਔਰ ਉਸ ਤੋਂ ਬਾਅਦ ਮੈਨੂੰ ਪਤਾ ਕਿ ਇੱਕ ਅੱਧੀ ਵਾਰੀ ਮੇਰੇ ਨਾਲ ਕੋਈ ਦੋਸਤ ਮਿਲਿਆ ਤੇ ਉਹਨੇ ਆਖਿਆ ਕਿ ਨਹੀਂ ਹੁਣ ਛੱਡ ਛੁੱਟ ਗਏ ਨੇ, ਆਪਣਾ ਵਾਜਿਆਂ ਵੁਜਿਆਂ ਦਾ ਕੰਮ ਕਰਦੇ ਨੇ। ਔਰ ਦੂਸਰੀ ਗੱਲ ਪਤਾ ਕੀ ਗੁਜਰ ਸਾਹਿਬ, ਜਦੋਂ ਨੇਕੀ ਕਰੀਏ ਨਾ, ਮੇਰਾ ਆਵਾਮ ਨੂੰ ਨਾ ਸਬਕ ਹੈ, ਜ਼ਿਹਨ 'ਚ ਰੱਖ ਲਓ, ਨੇਕੀ ਕਦੇ ਇਸ ਨੀਅਤ ਨਾਲ ਨਾ ਕਰਿਆ ਕਰੋ ਇਹਦਾ ਸਿਲਾ ਦੁਨੀਆਦਾਰਾਂ ਦੇਣਾ। ਇਹ ਬਦਬਖਤ ਤੇ ਮੁਨਾਫਕ ਲੋਕ ਨੇ। ਮੈਨੂੰ ਬੜੀ ਤਕਲੀਫ ਹੈ ਇਸ ਮਾਸ਼ਰੇ ਕੋਲੋਂ। ਮੈਂ 10 ਦਿਨ ਪਹਿਲਾਂ ਦੀ ਗੱਲ ਹੈ, ਮੈਂ ਪਿੰਡ ਗਿਆ ਵਾਂ, ਇੱਕ ਘਰ ਭਰਿਆ ਬੈਠੀ ਸੀ, ਇੱਕ ਡਾਕੂਮੈਂਟ ਟਿਕਟੀ ਹੋਈ ਹੈ, ਮੇਰੇ ਜਰਾਸੀਮ ਨੇ ਮੈਂ ਰੋਕ ਨਹੀਂ ਸਕਦਾ। ਹਲੇ ਮੈਂ 10 ਸਾਲ ਇਸ ਵਜ੍ਹਾ ਤੋਂ ਫਸਿਆ ਸਾਂ ਕਿ ਮਤਲਬ ਜਿਹੜਾ ਨਾ ਨੇਕੀ ਕਰਨ ਗਿਆ ਸਾਂ, ਲੇਕਿਨ ਜਿਹੜੇ ਬੰਦੇ ਦੇ ਅੰਦਰ ਦੀ ਕਫੀਅਤ ਹੁੰਦੀ ਹੈ ਰੋਕ ਨਹੀਂ ਸਕਦੀ। ਮੈਂ ਗਿਆ ਵਾਂ, ਲੇਕਿਨ ਅਜੇ ਵੀ ਲੋਕ ਮੁਨਾਫਕਤ ਨਹੀਂ ਛੱਡਦੇ। ਸਾਡਾ ਮਾਸ਼ਰਾ ਜਿਹੜਾ ਬੰਦਾ ਥੱਲੇ ਲੱਗ ਜਾਂਦਾ ਉਹਨੂੰ ਰਗੜਨ ਦੀ ਕੋਸ਼ਿਸ਼ ਕਰਦਾ। ਤੁਹਾਡੇ ਅੰਦਰ ਜੋ ਤੁਸੀਂ ਆਪਣੇ ਜ਼ਿਹਨ ਨਾਲ ਸਿਰਫ ਲੋਕਾਂ ਨਾਲ ਸਹੀ ਚੱਲੋ, ਕਦੇ ਤਵੱਕੋ ਨਾ ਰੱਖਿਓ ਲੋਕਾਂ ਤੁਹਾਡੇ ਨਾਲ ਸਹੀ ਚੱਲਣਾ। ਜਿੱਦਾਂ ਤੁਹਾਡੀ ਨੀਅਤ ਇਹ ਹੋਏਗੀ, ਫਿਰ ਤੁਹਾਡਾ ਅੱਲਾਹ ਦਾ ਡਾਇਰੈਕਟ ਰਾਬਤਾ ਹੋਏਗਾ, ਅੱਲਾਹ ਤੁਹਾਡੀ ਇੱਜ਼ਤ ਇੰਨੀ ਕੁ ਬਹਾਲ ਕਰ ਛੜੇਗਾ ਕਿ ਤੁਹਾਨੂੰ ਮਾਸ਼ਰੇ 'ਚ ਫਿਰ ਲੋਕਾਂ ਦਾ ਮੁਹਤਾਜ ਹੋਣ ਦੀ ਜ਼ਰੂਰਤ ਨਹੀਂ ਇਨਸ਼ਾਅੱਲਾ ਰਹੇਗੀ। ਆਪਣੀ ਨੀਅਤ ਨੂੰ ਠੀਕ ਰੱਖੋ, ਦੁਨੀਆਦਾਰਾਂ ਕੋਲ ਸਿਲਾ ਨਾ ਮੰਗਿਓ, ਸਿਲਾ ਮੇਰੇ ਅੱਲਾਹ ਕੋਲ ਦਿਓ। ਇਨਸ਼ਾਅੱਲਾ ਇੱਕ ਟਾਈਮ ਆ ਜਾਏਗਾ ਗੁਜਰ ਸਾਹਿਬ, ਲੋਕ ਸਮਝਣਗੇ ਨਹੀਂ ਇਹ ਮੁੰਡਾ ਬਿਲਕੁਲ ਹੱਕ ਤੇ ਸੀ, ਆ ਭਾਈਰਾਂ ਨੇ ਜਿਹੜੀ ਜ਼ਿੰਦਗੀ ਗੁਜ਼ਾਰੀ ਹੈ ਨਾ, ਇਹ ਬੇਦਾਗ ਜ਼ਿੰਦਗੀ ਹੈ, ਕਿਸੇ ਦਾ ਨੁਕਸਾਨ ਨਹੀਂ ਕੀਤਾ। ਫਿਰ ਇਨਸ਼ਾਅੱਲਾ ਲੋਕ ਤੁਹਾਨੂੰ ਪਸੰਦ ਕਰਨਗੇ। ਉਹ ਵਕਤ ਇੰਤਜ਼ਾਰ ਕਰਨਾ। ਜੇ ਦੁਨੀਆਦਾਰਾਂ ਕੋਲ ਉਸੇ ਟਾਈਮ ਸਿਲਾ ਲੈਣ ਵਾਸਤੇ, ਫਿਰ ਤਾਂ ਤੁਸੀਂ ਦੁਨੀਆ ਨੂੰ ਕੱਟ ਆਫ ਹੋ ਜਾਓਗੇ, ਫਿਰ ਸਮਝੋ ਕਿ ਤੁਸੀਂ ਵੀ ਉਹਨਾਂ ਦੇ ਨਾਲ ਦੇ ਹੀ ਹੋ। ਆਪਣੀ ਮੈਂ ਡਾਕੂ ਫੜਨ ਗਿਆ ਸਾਂ, ਖੁਦਾ ਦੀ ਕਸਮ, ਮੈਂ ਡਾਕੂ ਫੜਨ ਗਿਆ ਤੇ ਮੈਂ 10 ਸਾਲ ਕੈਦ ਕੱਟ ਆਇਆ, ਨੇਕੀ ਦੀ ਨੀਅਤ ਗਿਆ। ਅੱਜ ਵੀ ਮੈਨੂੰ ਕਹਿੰਦੇ ਨਾ ਫਲਾਣੇ ਥਾਂ ਵਾਰਦਾਤ ਹੋ ਰਹੀ, ਤੇ ਮੇਰੇ ਖੂਨ ਫੇਰ ਖੋਲ ਜਾਂਦਾ, ਮੇਰੇ ਅੰਦਰ ਦੀ ਕਫੀਅਤ ਇਹ ਕਿ ਯਾਰ ਬੁਰਾਈ ਨੂੰ ਰੋਕਣਾ। ਮੈਨੂੰ ਪਤਾ ਲੱਗ ਜੇ ਸਹੀ ਇੱਥੇ ਬੁਰਾਈ ਹੁੰਦੀ ਹੈ, ਮੈਂ ਭਾਵੇਂ ਮੈਨੂੰ ਸਾਰੇ ਘਰ ਦੇ ਵੀ ਪੇਟ ਡੱਕਣ, ਉਹ ਅੱਗੇ ਫਸ ਗਏ ਸਾਂ, ਮੈਂ ਫਿਰ ਵੀ ਨਹੀਂ ਮੁੜਦਾ। ਇਹ ਮੇਰੀ ਕਫੀਅਤ ਹੈ। ਯਾਨੀ ਕਿ ਅੱਛੇ ਕੰਮ ਤੁਸੀਂ ਕਰਦੇ ਰਹੋ, ਸਿਲਾ ਅੱਲਾਹ ਪਾਕ ਨੇ, ਸਿਲਾ ਅੱਲਾਹ ਨੇ ਦੇਣਾ। ਲੋਕਾਂ ਕੋਲ ਜਿੱਦਾਂ ਤੁਹਾਡੀ ਨੀਅਤ ਇਹ ਬਣ ਗਈ ਕਿ ਮੈਂ ਨੇਕੀ ਦਾ ਸਿਲਾ ਇਹਨਾਂ ਕੋਲ ਲੈਣਾ ਹੈ, ਮੁਨਾਫਕਾਂ ਕੋਲ ਲੈਣਾ ਹੈ, ਤੇ ਮੁਨਾਫਕਾਂ ਨੇ ਤੁਹਾਨੂੰ ਸਿਲਾ ਨਹੀਂ ਜੇ ਦੇਣਾ ਹੈ, ਤੇ ਤੁਹਾਡੀਆਂ ਮਤਲਬ ਤੁਹਾਡੇ ਲੀਰਾਂ ਤੇ ਕਰ ਸਕਦੇ ਨੇ। ਉਹਨਾਂ ਨੂੰ ਮੌਕਾ ਮਿਲ ਗਿਆ ਕਿ ਰਾਣੇ ਇਰਸ਼ਾਦ ਕੋਲੋਂ ਇਹ ਗਲਤੀ ਹੋ ਗਈ ਹੈ, ਸਾਰਾ ਪਿੰਡ ਮੁਨਾਫਕਾਂ ਦਾ ਇਕੱਠਾ ਹੋ ਕੇ ਆਖਣਗੇ ਇਸ ਗਲਤੀ 'ਚ ਇਹਨੂੰ ਰੰਦਾ ਫੇਰ ਦਿਓ। ਬਿਲਕੁਲ। ਲੇਕਿਨ ਕਦੇ ਉਹ 100 ਨੇਕੀ ਨੂੰ ਛੱਡ ਦੇਣਗੇ ਜਿਹੜੀ ਮੈਂ ਕੀਤੀ ਹੋਏਗੀ। ਇੱਕ ਗਲਤੀ ਹੋਏਗੀ ਉਹਦਾ ਸਿਲਾ ਤੁਹਾਡੇ ਕੋਲ, ਤੇ ਤੁਹਾਡੇ ਰੰਦਾ ਫੇਰ ਦੇਣਗੇ। ਇਹ ਵੀ ਸਾਡਾ ਮਾਸ਼ਰਾ। ਔਰ ਖੁਦਾ ਦੀ ਕਸਮੇ ਗੁਜਰ ਸਾਹਿਬ, ਲੋਕ ਕਰਾਉਣ ਜੋਗੇ ਵੀ ਕੁੱਖ ਨਹੀਂ, ਬੇਹਿੱਸ ਜਿਹਾ ਮਾਸ਼ਰਾ ਹੋ ਗਏ ਆ। ਮਤਲਬ ਸਾਡੇ ਜਿੱਦਣ ਡਕੈਤੀ ਹੋਈ ਹੈ ਨਾ, ਮੈਂ ਹੈਰਾਨ ਹੋ ਗਿਆ, ਤਕਲੀਫ ਹੋਈ ਹੈ ਬੜੀ। ਇੱਕ ਬੰਦਾ ਡਾਕੂਆਂ ਦੇ ਮਗਰ ਨਹੀਂ ਲੱਗਾ, 4 ਬੰਦੇ ਬਾਹਰ ਖੋਣਾ ਸਾਹਮਣੇ ਡਾਕੂ ਟੁਰ ਗਏ, ਬੰਦਾ ਮਗਰ ਕੋ ਨਹੀਂ ਲੱਗਾ। ਉਹ ਹਿਸਾਬ ਹੋ ਗਿਆ। ਸਿਰਫ ਇਸ ਵਾਸਤੇ ਨਹੀਂ ਲੱਗਾ ਕਿ ਯਾਰ ਉਹ ਭੈਣ ਚੋ 15 ਸਾਲ ਪਹਿਲੋਂ ਰਾਣਾ ਇਰਸ਼ਾਦ ਦੀ ਸਟੋਰੀ ਡੀਐਸਪੀ ਗਿਆ, ਉਹਨੂੰ यहाँ ਜਾ ਕੇ ਦੱਸਿਆ ਕਿ ਜਨਾਬ ਇੱਥੇ ਇਸ ਵਾਸਤੇ ਲੋਕ ਮਗਰ ਨਹੀਂ ਲੱਗਦੇ ਕਿ ਸਿਲਾ ਇੱਥੇ ਦੁਨੀਆਦਾਰ ਫਸਾ ਛੱਡਦੇ ਨੇ, ਮੁਖਲਿਸ ਕੋਈ ਨਹੀਂ। ਚਾਹੀਦਾ ਤੇ ਇਹ ਹੈ ਨਾ, ਜਦੋਂ ਕਿਲੇ ਕੋਈ ਬੰਦਾ ਨੇਕੀ ਕਰਦਾ ਤਾਂ ਉਹਦੀ ਹੌਸਲਾ ਅਫਜ਼ਾਈ ਕੀਤੀ ਜਾਏ
ਤੇ ਜਿੱਦਾਂ ਜਨਾਬ ਤੁਸੀਂ ਉਹਦੀਆਂ ਲੱਤਾਂ ਵੱਢਦੇ ਹੋ ਫਿਰ ਤੁਹਾਡੇ ਨਾਲ ਇੱਕ ਟਾਈਮ ਹੁੰਦਾ ਕਾਫਲਾ ਮੁੱਕ ਜਾਂਦਾ, ਤੁਸੀਂ ਤਨਹਾ ਰਹਿ ਜਾਂਦੇ ਹੋ। ਫਿਰ ਵੀ ਅੱਲਾਹ ਪਾਕ ਕਾਮਯਾਬੀ ਦਿੰਦਾ ਹੈ। ਫਿਰ ਵੀ ਇਨਸ਼ਾਅੱਲਾ ਅੱਲਾਹ ਕਾਮਯਾਬੀ ਦਿੰਦਾ। ਔਰ ਮੈਂ ਅੱਜ ਵੀ ਆਣਾ ਉਹ ਬੁਰਾਈ ਨੂੰ ਰੋਕਣਾ ਜੇ ਤੇ ਸਾਰੇ ਮੁਤਹਿਦ ਹੋ ਜਾਓ। ਅੱਜ ਕੌਮਾਂ ਕਬੀਲਿਆਂ ਚੋਂ ਨਿਕਲੋ, ਇੱਕ ਮਾਸ਼ਰਾ ਬਣੋ ਤੇ ਕਮ ਅਜ਼ ਕਮ ਇਕੱਠੇ ਹੋ ਜਾਓ ਕਿ ਆ ਬੰਦਾ ਬੁਰਾਈ ਪਿਆ ਕਰਦਾ, ਇਹਨੂੰ ਰੋਕਣਾ ਹੈ। ਇੱਕ ਟਾਈਮ ਆਏਗਾ ਇਨਸ਼ਾਅੱਲਾ ਤੁਸੀਂ ਮਾਸ਼ਰਾ ਬਿਹਤਰੀਨ ਬਣ ਜਾਓ। ਯਾਰ ਸਾਰੇ ਪਾਕਿਸਤਾਨ ਨੂੰ ਛੱਡ ਦਿਓ। ਮੇਰਾ ਜੇ ਇੱਕ ਛੋਟਾ ਜਿਹਾ ਪਿੰਡ ਹੈ ਵਾਈ, ਉਹ ਮੈਨੂੰ ਚਾਹੀਦਾ ਨਾ ਮੇਰੇ ਪਿੰਡ ਦੇ ਜਿਹੜੇ ਮੁਤਬਰ ਬੰਦੇ ਉਹਨਾਂ ਨੂੰ ਚਾਹੀਦਾ ਯਾਰ ਇੱਥੋਂ ਦਾ ਮਾਹੌਲ ਸੈੱਟ ਕਰ ਦੇਗੇ। ਜਿਹੜਾ ਕੋਈ ਬੁਰਾਈ ਕਰਦਾ ਉਹਦੇ ਸਾਰੇ ਖਿਲਾਫ ਇਕੱਠੇ ਹੋਵੋ। ਆਖੋ ਨਹੀਂ ਵੀ ਹੁੰਦੇ ਨੇ। ਜਦੋਂ ਤੁਸੀਂ ਉਹਨਾਂ ਦੀ ਹੌਸਲਾ ਅਫਜ਼ਾਈ ਕਰਨ ਵਾਲੇ ਚਾਰ ਹੋ ਜਾਂਦੇ ਨੇ, ਮੈਂ ਕਿਸੇ ਦੀ ਮਤਲਬ ਹੌਸਲਾ ਸ਼ਿਕਨੀ ਕੀਤੀ ਹੈ ਕਿ ਨਹੀਂ ਬਈ ਮੈਂ ਕੰਮ ਨਹੀਂ ਕਰ ਸਕਦਾ, ਜਿਹੜਾ ਮੇਰਾ ਥੋੜਾ ਜਿਹਾ ਜਿਹਦਾ ਅੰਦਰੋਂ ਮੁਨਾਫਿਕ ਉਹਨੇ ਉਹਨੂੰ ਆਖਿਆ ਇਹ ਦੇਖਿਆ ਹੀ ਆਪਣੇ ਸੱਜਣ ਦਾ ਹਾਲ, ਮੈਂ ਤੇਰਾ ਸੱਜਣ ਇਹ ਤੇਰਾ ਨਹੀਂ। ਅਸਲ ਗੱਲ ਜੀ ਉਹਨਾਂ ਸਾਹਿਬ ਇਹ ਨੇ ਤੇ ਅੱਲਾਹ ਕੋਲ ਦੁਆ ਕਰੋ, ਸਿਲਾ ਉਹਨੇ ਦੇਣਾ ਜੇ ਦੁਨੀਆਦਾਰਾਂ ਨਹੀਂ ਦੇਣਾ, ਔਰ ਨੇਕੀ ਕਰਨੀ ਜੇ ਭਾਵੇਂ ਉਹਦਾ ਸਿਲਾ ਦੁਨੀਆਦਾਰਾਂ ਕੋਲ ਨਾ ਮੰਗਿਓ ਤੇ ਅੱਲਾਹ ਨੇ ਦੇਣਾ ਜੇ। ਇੱਕ ਟਾਈਮ ਆਏਗਾ ਤੁਹਾਨੂੰ ਲੋਕ ਆਖਣਗੇ ਨਹੀਂ ਯਾਰ ਜਦੋਂ ਤੁਹਾਡੇ ਮਰਨ ਤੋਂ ਬਾਅਦ ਜ਼ਿੰਦਗੀ ਜੋ ਤੁਸੀਂ ਕਰਨਾ ਹੈ ਨਾ, ਜੰਨਤ ਤੇ ਜਹੰਨਮ ਦਾ ਫੈਸਲਾ ਅੱਲਾਹ ਨੇ ਉੱਤੇ ਨਹੀਂ ਕਰਨਾ, ਦੁਨੀਆ ਨੇ ਕਰਨਾ ਹੈ। ਜੇ ਤੁਹਾਨੂੰ ਕੋਈ 50-60 ਬੰਦੇ 100 ਚੋਂ 50-60 ਕੋ ਚੰਗਾ ਆਖਣਗੇ ਨਾ, 40 ਤੇ ਭੈੜਾ ਆਖਣਾ ਹੀ ਆਖਣਾ। ਇਨਸ਼ਾਅੱਲਾ ਅੱਲਾਹ ਮੇਰਾ ਯਕੀਨ ਹੈ ਕਿ ਅੱਲਾਹ ਜੰਨਤ ਦੇ ਦੇਗਾ। ਤੁਹਾਨੂੰ 60 ਨਾ ਭੈੜਾ ਆਖਣ, 40 ਕੋ ਆਖ ਲੈਣ ਖੈਰ ਸਲਾ, ਤੁਹਾਨੂੰ 60 ਨਾ ਭੈੜਾ ਆਖਣ। ਇਹ ਮੇਰਾ ਮਾਸ਼ਰੇ ਅੱਗੇ ਰਿਕੁਐਸਟ ਹੈ ਕਿ ਆਪਣੀ ਜ਼ਿੰਦਗੀ ਨੂੰ ਸਿੱਧੇ ਰੱਖੋ। ਜਿੰਨੀ ਤਾਕਤ ਰੱਖਦੇ ਹੋ, ਜੇ ਕਿਤੇ ਕਿਸੇ ਨੂੰ ਪਾਣੀ ਪਿਆਉਣ, ਅੱਛੇ ਬੰਦੇ ਨੂੰ ਪਾਣੀ ਪਿਆਉਣ ਦੀ ਤਾਕਤ ਰੱਖਦੇ ਹੋ, ਪਾਣੀ ਪਿਆ ਦਿਓ। ਇੰਨਾ ਹੀ ਬੜਾ ਹੈ, ਇੰਨਾ ਹੀ ਬੜਾ। ਉਹਨੂੰ ਕਮ ਸੇ ਕਮ ਉਹਦੇ ਆਪਣੇ ਘਰ ਬਹਿ ਕੇ ਉਹਦੇ ਲਈ ਦੁਆ ਕਰ ਦਿਓ, ਯਾ ਅੱਲਾ ਇਹ ਸਾਡੇ ਵਾਸਤੇ ਟੁਰਿਆ ਤੇ ਇਹਦੀ ਹੌਸਲਾ ਅਫਜ਼ਾਈ ਕਰ ਛੱਡ, ਇਹਨੂੰ ਹੌਸਲਾ ਦੇ ਛੜੀ। ਲਓ ਜੀ, ਅਸੀਂ ਅੱਜ ਫਿਰ ਰਾਣਾ ਅਰਸ਼ਾਦ ਸਾਹਿਬ ਤੁਹਾਡੇ ਨਾਲ ਮੌਜੂਦ ਸਨ। ਬੜੀ ਅੱਛੀ ਗੁਫ਼ਤਗੂ ਕੀਤੀ ਤੇ ਬੜਾ ਅੱਛਾ ਇਹਨਾਂ ਇੱਕ ਵਾਕਿਆ ਸੁਣਾਇਆ ਵੇ ਕਿ ਕਿਸ ਤਰ੍ਹਾਂ ਨੇਕੀ ਨੂੰ ਵੀ ਵਬਾਲ ਹੁੰਦਾ ਵੇ ਤੇ ਕਿਸ ਤਰ੍ਹਾਂ ਅੱਛੇ ਲੋਕ ਵੀ ਬੁਰਾਈ ਦੀ ਤਰਫ ਮਾਇਲ ਹੋ ਜਾਣ ਤੇ ਦਿਲ ਕਿਤੇ ਨਾ ਕਿਤੇ ਅੱਛਾ ਰਹਿੰਦਾ ਵੇ। ਦਿਲ ਤੇ ਪੱਕੀ ਸਿਆਹੀ ਨਹੀਂ ਲੱਗਦੀ, ਕਿਸੇ ਵੇਲੇ ਵੀ ਤੋਬਾ ਕਰ ਸਕਦਾ ਵੇ, ਅੱਲਾਹ ਪਾਕ ਉਹਦੀ ਤੋਬਾ ਕਬੂਲ ਕਰ ਲੈਂਦਾ ਹੈ। ਤੇ ਤੁਸੀਂ ਵੀ ਜਦੋਂ ਕਿਤੇ ਭਟਕ ਜਾਓ, ਜਦੋਂ ਕਿਤੇ ਰਾਹ ਦੇ ਉੱਤੋਂ ਲੱਥ ਜਾਵੋ ਤੇ ਕਮ ਸੇ ਕਮ ਇੰਨਾ ਯਾਦ ਰੱਖਿਆ ਕਰੋ ਕਿ ਤੁਸੀਂ ਮੁਸਲਮਾਨ ਹੋ, ਤੁਹਾਨੂੰ ਕਿਸੇ ਰੱਬ ਨੇ ਪੈਦਾ ਕੀਤਾ ਹੈ, ਤੁਸੀਂ ਇਹਦੇ ਵੱਲ ਵਾਪਸ ਜਾਣਾ ਵੇ ਤੇ ਫਿਰ ਅੱਲਾਹ ਦੇ ਫਜ਼ਲ-ਓ ਕਰਮ ਨਾਲ ਤੁਹਾਡੇ ਵਾਪਸੀ ਦੇ ਦਰਵਾਜ਼ੇ ਖੁੱਲੇ ਰਹਿਣਗੇ। ਤੇ ਅੱਲਾਹ ਹਾਫਿਜ਼।